प्यारे बच्चों, ਅੱਜ ਅਸੀਂ ਸਾਈਬਰ ਕ੍ਰਾਈਮ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸਾਈਬਰ ਕ੍ਰਾਈਮ ਕੀ ਹੈ? ਸਾਈਬਰ ਕ੍ਰਾਈਮ ਆਨਲਾਈਨ ਅਪਰਾਧ ਦੀ ਦੁਨੀਆ ਹੈ ਜਿਸ ਵਿੱਚ ਕੰਪਿਊਟਰ ਅਤੇ ਨੈਟਵਰਕ ਸ਼ਾਮਿਲ ਹਨ। ਕਿਸੇ ਵੀ ਵਿਅਕਤੀ ਦੀ ਨਿੱਜੀ ਜਾਣਕਾਰੀ ਪ੍ਰਾਪਤ ਕਰਨਾ ਅਤੇ ਫਿਰ ਉਸ ਦਾ ਗਲਤ ਇਸਤੇਮਾਲ ਕਰਨਾ ਸਾਈਬਰ ਕ੍ਰਾਈਮ ਅਖਵਾਉਂਦਾ ਹੈ। ਇਹ ਇੱਕ ਆਨਲਾਈਨ ਫਰਾਡ ਹੁੰਦਾ ਹੈ ਜੋ ਕਈ ਪ੍ਰਕਾਰ ਦਾ ਹੋ ਸਕਦਾ ਹੈ, ਜਿਵੇਂ ਕਿ ਸਪੈਮ ਈਮੇਲ, हैकिंग, फिशिंग, सेंडिंग वायरस या किसी की जानकारी ऑनलाइन प्राप्त करना, उस ते हर वक्त ऑनलाइन नज़र रखना ਅਤੇ ਧੋਖਾਧੜੀ ਦੇ ਮਾਮਲੇ ਜੋ ਕਿ ऑनलाइन ਹੁੰਦੇ ਹਨ, ਸਭ ਸਾਈਬਰ ਕ੍ਰਾਈਮ ਦੀ ਅੰਦਰ ਦੇ ਘੇਰੇ ਵਿੱਚ ਆਉਂਦੇ ਹਨ। ऑनलाइन फ्रॉड ਕਿਸੇ ਤੋਂ ਵੀ ਕੋਈ ਵੀ ਜਾਣਕਾਰੀ ਉਸ ਦੀ ਪ੍ਰਾਪਤ ਕਰਨਾ ਜੋ ਉਸ ਦੀ ਪਰਸਨਲ ਹੋਵੇ ਤਾਂ ਕਿ ਉਸ ਤੋਂ ਪੈਸਾ, ਪ੍ਰਾਪਰਟੀ ਜਾਂ ਫਿਰ ਉਸ ਨੂੰ ਕੋਈ ਨਿੱਜੀ ਨੁਕਸਾਨ ਪਹੁੰਚਾਇਆ ਜਾ ਸਕੇ। ਇਹ ਕਈ ਪ੍ਰਕਾਰ ਦੇ ਹੋ ਸਕਦੇ ਹਨ। ਕਈ ਤਰ੍ਹਾਂ ਨਾਲ ਆਨਲਾਈਨ ਧੋਖੇ ਲੋਕਾਂ ਨਾਲ ਹੁੰਦੇ ਹਨ, ਜਿਵੇਂ ਕਿ ਫਿਸ਼ਿੰਗ ਜਾਂ ਈਮੇਲ ਸਕੈਮ ਦੇ ਰਾਹੀਂ, ਆਈਡੈਂਟੀਟੀ ਥੈਫਟ ਰਾਹੀਂ, ਲੋਟਰੀ ਫਰਾਡ ਦੇ ਰਾਹੀਂ, ਵਰਕ ਫਰੋਮ ਹੋਮ ਸਕੈਮ ਵੀ ਕਈ ਹੋ ਰਹੇ ਹਨ, ਆਨਲਾਈਨ ਸ਼ਾਪਿੰਗ ਫਰਾਡ ਵੀ ਹੋ ਰਹੇ ਹਨ, ਟੈਕਸ ਫਰਾਡ ਵੀ ਹੋ ਰਹੇ ਹਨ ਅਤੇ ਮੈਟਰੀਮੋਨੀਅਲ ਫਰਾਡਸ ਵੀ ਇਸ ਦੇ ਘੇਰੇ ਵਿੱਚ ਆਉਂਦੇ ਹਨ। ਫੇਮਸ ਪੇਮੈਂਟ ਗੇਟਵੇਜ਼ ਵਪਾਰ ਅਤੇ ਵਪਾਰੀਆਂ ਦੀ ਸੁਵਿਧਾ ਲਈ ਕਈ ਪ੍ਰਕਾਰ ਦੇ ਫੇਮਸ ਪੇਮੈਂਟ ਲਈ ਗੇਟਵੇਜ਼ ਬਣੇ ਹੋਏ ਹਨ। ਅੱਜ ਕੱਲ੍ਹ ਵਪਾਰ ਦੀ ਦੁਨੀਆ ਦੇ ਵਿੱਚ ਆਪਣਾ ਟਾਈਮ ਸੇਵ ਕਰਨ ਦੇ ਲਈ ਲਾਰਜ ਅਮਾਊਂਟ ਵਿੱਚ ਟ੍ਰਾਂਜੈਕਸ਼ਨਸ ਇੱਕ ਕੰਪਨੀ ਤੋਂ ਦੂਸਰੀ ਕੰਪਨੀ ਜਾਂ ਇੱਕ ਪਰਸਨ ਤੋਂ ਦੂਸਰੇ ਪਰਸਨ ਦੇ ਵਿੱਚ ਹੋ ਰਹੀਆਂ ਹਨ। ਇਸ ਲਈ ਕਈ ਤਰ੍ਹਾਂ ਦੇ ਆਨਲਾਈਨ ਸਾਧਨ ਬਣੇ ਹੋਏ ਹਨ ਜਿਨ੍ਹਾਂ ਰਾਹੀਂ ਪੈਸਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਆਨਲਾਈਨ ਟ੍ਰਾਂਸਫਰ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਧਿਆਨ ਹੋਣਾ ਚਾਹੀਦਾ ਹੈ ਵੀ ਕਿਹੜੇ ਜਿਹੜੇ ਪੇਮੈਂਟ ਗੇਟਵੇਜ਼ ਹਨ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦੇ ਹਨ ਜੋ ਕਿ ਤੁਹਾਡੇ ਲਈ ਸੇਫ ਅਤੇ ਸਿਕਿਉਰ ਹੋਣ। OTP ਵਨ ਟਾਈਮ ਪਾਸਵਰਡ ਜਾਂ ਵਨ ਟਾਈਮ ਪਿਨ ਵੀ ਇਸ ਨੂੰ ਕਿਹਾ ਜਾਂਦਾ ਹੈ। ਇਹ ਇੱਕ ਡਾਇਨਾਮਿਕ ਪਾਸਵਰਡ ਹੁੰਦਾ ਹੈ ਜੋ ਕਿ ਕੇਵਲ ਇੱਕ ਲੌਗਇਨ ਸੈਸ਼ਨ ਜਾਂ ਟ੍ਰਾਂਜੈਕਸ਼ਨ ਲਈ ਵੈਲਿਡ ਹੁੰਦਾ ਹੈ। ਕਿਸੇ ਕੰਪਿਊਟਰ ਸਿਸਟਮ ਜਾਂ ਡਿਜੀਟਲ ਡਿਵਾਈਸ 'ਤੇ ਆਨਲਾਈਨ ਅਕਾਊਂਟਸ ਲਈ ਇਹ ਸਭ ਤੋਂ ਵੱਡਾ ਔਥੈਂਟੀਕੇਸ਼ਨ ਸਟੈਪ ਬਣ ਚੁੱਕਾ ਹੈ। ਇਸ ਲਈ ਇਸ ਨੂੰ ਹੈਕ ਕਰਨ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਤੁਸੀਂ ਇਹ ਧਿਆਨ ਵਿੱਚ ਰੱਖਣਾ ਹੈ ਕਿ ਕਦੇ ਵੀ ਆਪਣਾ ਜਿਹੜਾ OTP ਹੈ ਕਿਸੇ ਵੀ ਹੋਰ ਵਿਅਕਤੀ ਦੇ ਨਾਲ ਸ਼ੇਅਰ ਨਹੀਂ ਕਰਨਾ। ਇਹ ਤੁਹਾਡਾ ਪਰਸਨਲ ਹੁੰਦਾ ਹੈ ਅਤੇ ਇਸ ਨੂੰ ਤੁਸੀਂ ਆਪਣੀ ਪਰਸਨਲ ਜਾਣਕਾਰੀ ਲਈ ਹੀ ਇਸਤੇਮਾਲ ਕਰਨਾ ਹੈ। ਨੈੱਟ ਬੈਂਕਿੰਗ ਆਨਲਾਈਨ ਟੈਕਨੋਲੋਜੀ ਰਾਹੀਂ ਗਲਤ ਢੰਗ ਨਾਲ ਬੈਂਕ ਤੋਂ ਪੈਸੇ ਕਢਵਾਉਣਾ, ਕਿਸੇ ਹੋਰ ਦੀ ਆਈਡੈਂਟੀਟੀ ਚੋਰੀ ਕਰਕੇ, ਇਹ ਕੰਮ ਅੱਜ ਕੱਲ੍ਹ ਨੈੱਟ ਬੈਂਕਿੰਗ ਦੇ ਰਾਹੀਂ ਬਹੁਤ ਜ਼ਿਆਦਾ ਹੋ ਰਿਹਾ ਹੈ। ਨੈੱਟ ਬੈਂਕਿੰਗ ਤੁਹਾਡੀ ਸਹੂਲਤ ਲਈ ਬਣਾਈ ਗਈ ਹੈ ਤਾਂ ਜੋ ਤੁਸੀਂ ਘਰ ਬੈਠੇ ਮਨੀ ਟ੍ਰਾਂਸਫਰ ਅਤੇ ਉਸ ਦੇ ਵਿੱਚ ਪੈਸੇ ਕਢਾ ਸਕੋ ਅਤੇ ਬੈਂਕ ਵਿੱਚ ਜਮ੍ਹਾਂ ਕਰਾ ਸਕੋ। ਤੁਹਾਨੂੰ ਤੁਹਾਡਾ ਟਾਈਮ ਬਚ ਸਕੇ, ਤੁਹਾਨੂੰ ਇੱਕ ਲੰਬੀ ਲਾਈਨ ਦੇ ਵਿੱਚ ਨਾ ਲੱਗਣਾ ਪਵੇ। ਪਰ ਨੈੱਟ ਬੈਂਕਿੰਗ ਦੇ ਨਾਲ ਜਿੱਦੇ ਇੰਨੇ ਫਾਇਦੇ ਹਨ, ਕੁਝ ਹੈਕਰ ਇਸ ਦਾ ਇਸਤੇਮਾਲ ਤੁਹਾਡੇ ਪੈਸੇ ਆਪਣੇ ਅਕਾਊਂਟ ਵਿੱਚ ਪਵਾਉਣ ਦੇ ਲਈ ਅਤੇ ਤੁਹਾਨੂੰ ਆਨਲਾਈਨ ਧੋਖਾ ਦੇਣ ਲਈ ਕਰ ਰਹੇ ਹਨ। ਤੁਹਾਨੂੰ ਇਸ ਦੇ ਲਈ ਜੋ ਸੇਫ ਐਂਡ ਸਿਕਿਉਰ ਟੈਕਨੀਕਸ ਹਨ ਸਿਰਫ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਤੁਹਾਡਾ ਪੈਸਾ ਤੁਹਾਡੇ ਹੱਥ ਵਿੱਚ ਹੀ ਰਹੇ। ਇਹ ਤੁਹਾਡਾ ਪੈਸਾ ਕਿਸੇ ਹੈਕਰ ਦੇ ਅਕਾਊਂਟ ਵਿੱਚ ਨਾ ਚਲਾ ਜਾਵੇ, ਇਸ ਦਾ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਆਈਡੈਂਟੀਟੀ ਥੈਫਟ ਇਹ ਉਸ ਸਮੇਂ ਹੁੰਦੀ ਹੈ ਜਦ ਕੋਈ ਵਿਅਕਤੀ ਕਿਸੇ ਹੋਰ ਪਰਸਨ ਦੀ ਨਿੱਜੀ ਜਾਣਕਾਰੀ, ਜਿਵੇਂ ਕਿ ਉਸਦਾ ਨਾਮ, ਆਧਾਰ ਕਾਰਡ ਨੰਬਰ, ਕ੍ਰੈਡਿਟ ਕਾਰਡ ਨੰਬਰ, ਉਸਦੀ ਪਰਸਨਲ ਜਾਂ ਨੌਲੇਜ ਜਿਹੜੀ ਹੈਗੀ ਹੈ, ਪਰਸਨਲ ਜੋ ਜਾਣਕਾਰੀ ਹੈ ਉਸਦੀ ਪਰਮਿਸ਼ਨ ਤੋਂ ਬਿਨਾਂ, ਉਸਦੀ ਕੰਸੈਂਟ ਤੋਂ ਬਿਨਾਂ ਕਿਸੇ ਨੂੰ ਧੋਖਾ ਦੇਣ ਦੇ ਲਈ ਜਾਂ ਫਿਰ ਕ੍ਰਿਮੀਨਲ ਪਰਪਸ ਦੇ ਲਈ ਯੂਜ਼ ਕਰੇ ਤਾਂ ਉਸ ਨੂੰ ਆਈਡੈਂਟੀਟੀ ਥੈਫਟ ਕਿਹਾ ਜਾਂਦਾ ਹੈ। 1964 ਦੇ ਵਿੱਚ ਫਸਟ ਟਾਈਮ ਇਹ ਟਰਮ ਯੂਜ਼ ਕੀਤੀ ਗਈ ਸੀ। ਕ੍ਰੈਡਿਟ ਐਂਡ ਡੈਬਿਟ ਕਾਰਡ, ਇਸ ਦਾ ਮਤਲਬ ਹੈ ਕਿ ਕ੍ਰੈਡਿਟ ਅਤੇ ਡੈਬਿਟ ਕਾਰਡ ਜਿਸ ਤਰ੍ਹਾਂ ਤੁਸੀਂ ਆਪਣਾ ਲੈਣ ਦੇਣ ਕਰਦੇ ਹੋ ਪੈਸੇ ਦੇ ਸੰਬੰਧ ਵਿੱਚ ਆਨਲਾਈਨ, ਤਾਂ ਇਸ ਦੇ ਸੰਬੰਧ ਵਿੱਚ ਵੀ ਧੋਖੇ ਬਹੁਤ ਜ਼ਿਆਦਾ ਹੋ ਰਹੇ ਹਨ। ਕ੍ਰੈਡਿਟ ਅਤੇ ਡੈਬਿਟ ਕਾਰਡ ਨੂੰ ਯੂਜ਼ ਕਰਨ ਸਮੇਂ ਜਦੋਂ ਤੁਸੀਂ ਪੇਮੈਂਟ ਕਰਨੀ ਹੈ ਇਸ ਗੱਲ ਦਾ ਬਹੁਤ ਹੀ ਧਿਆਨ ਰੱਖਣਾ ਹੈ ਕਿ ਤੁਹਾਡੇ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਨੰਬਰ, CVV ਕੋਡ ਜਾਂ ਜਿਹੜਾ ਸੀਕ੍ਰੇਟ ਕੋਡ ਹੈ, ਪਿਨ ਹੈ, ਉਹ ਤੁਸੀਂ ਕਿਸੇ ਹੋਰ ਵਿਅਕਤੀ ਨਾਲ ਸ਼ੇਅਰ ਨਹੀਂ ਕਰਨਾ। ATM ਇਸਤੇਮਾਲ ਕਰਦੇ ਸਮੇਂ ਵੀ ਕਲੋਨ ਕਾਰਡਸ ਜਾਂ ਕਲੋਨ ਚਿਪਸ ਦਾ ਬਹੁਤ ਹੀ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।
ਸਪਾਈਵੇਅਰ ਕਿਸੇ ਹੋਰ ਦੀ ਜਾਣਕਾਰੀ ਪ੍ਰਾਪਤ ਕਰਕੇ ਕਿਸੇ ਹੋਰ ਵਿਅਕਤੀ ਨੂੰ ਇਹ ਜਾਣਕਾਰੀ ਪ੍ਰਦਾਨ ਕਰਨਾ। ਇਸ ਦੇ ਲਈ ਜੋ ਮੈਲੀਸ਼ੀਅਸ ਸੌਫਟਵੇਅਰ ਬਣਿਆ ਹੋਇਆ ਉਸ ਨੂੰ ਸਪਾਈਵੇਅਰ ਕਿਹਾ ਜਾਂਦਾ ਹੈ। ਸਪਾਈਵੇਅਰ ਸੌਫਟਵੇਅਰ ਕੀ ਕੰਮ ਕਰਦੇ ਹਨ? ਇਹ ਤੁਹਾਡੀ ਨਿੱਜੀ ਜਾਣਕਾਰੀ ਪ੍ਰਾਪਤ ਕਰਕੇ, ਚਾਹੇ ਤੁਹਾਡੇ ਕ੍ਰੈਡਿਟ ਕਾਰਡ ਨੰਬਰ ਹਨ, ਚਾਹੇ ਤੁਹਾਡੇ ਆਧਾਰ ਕਾਰਡ ਨੰਬਰ ਹਨ, ਤੁਹਾਡਾ ਫ਼ੋਨ ਨੰਬਰ ਹੈ, ਈਮੇਲ ਹੈ, ਇਸ ਤਰ੍ਹਾਂ ਦੀ ਤੁਹਾਡੀ ਪਰਸਨਲ ਜਾਣਕਾਰੀ ਪ੍ਰਾਪਤ ਕਰਕੇ ਕਿਸੇ ਥਰਡ ਪਾਰਟੀ ਨੂੰ ਤੁਹਾਡੀ ਬਿਨਾਂ ਆਗਿਆ ਤੋਂ ਉਹ ਡਾਟਾ ਅਤੇ ਇਨਫੋਰਮੇਸ਼ਨ ਪ੍ਰਦਾਨ ਕਰਦੇ ਹਨ, ਜਿਸ ਨਾਲ ਤੁਹਾਨੂੰ ਕਾਫੀ ਭਾਰੀ ਨੁਕਸਾਨ ਦਾ ਜਾਂ ਕਈ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਵਿੱਚ ਫਸਣ ਦਾ ਨੁਕਸਾਨ ਤੁਹਾਨੂੰ ਹੋ ਸਕਦਾ ਹੈ। ਇਸ ਲਈ ਇਸ ਤਰ੍ਹਾਂ ਦੇ ਸਪਾਈਵੇਅਰ ਤੋਂ ਬਚਣ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਪਾਈਵੇਅਰ ਦੇ ਵਿੱਚ ਕਈ ਤਰ੍ਹਾਂ ਦੇ ਤੁਹਾਨੂੰ ਈਮੇਲ ਸਕੈਮਸ ਹੁੰਦੇ ਹਨ। ਇਹ ਈਮੇਲ ਬਹੁਤ ਹੀ ਜ਼ਿਆਦਾ ਤੁਹਾਨੂੰ ਲਿਓਰ ਕਰਨ ਵਾਲੀਆਂ ਹੁੰਦੀਆਂ ਹਨ, ਜਿਸ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਫਾਇਦਾ ਦਿਖਾ ਕੇ ਤੁਹਾਡੇ ਤੋਂ ਤੁਹਾਡੀ ਨਿੱਜੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਤੁਸੀਂ ਉਸ ਦੇ ਘੇਰੇ ਵਿੱਚ ਆ ਕੇ, ਉਸ ਦੇ ਲਿਓਰ ਵਿੱਚ ਆ ਕੇ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਕਰ ਦਿੰਦੇ ਹੋ। ਇਸ ਲਈ ਇਸ ਤਰ੍ਹਾਂ ਦੇ ਜਿਹੜੇ ਈਮੇਲ ਸਕੈਮਸ ਹਨ ਉਹਨਾਂ ਤੋਂ ਵੀ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਹ ਈਮੇਲ ਇੰਨੇ ਜ਼ਿਆਦਾ ਅਟਰੈਕਟਿਵ ਬਣਾਈਆਂ ਹੁੰਦੀਆਂ ਹਨ ਕਿ ਤੁਸੀਂ ਇਹਨਾਂ ਦੇ ਘੇਰੇ ਵਿੱਚ ਬਚਣੋਂ ਆਪਣੇ ਆਪ ਨੂੰ ਬਚਾਉਣਾ ਕਿਵੇਂ ਹੈ, ਇਸ ਚੀਜ਼ ਦੀ ਤੁਹਾਨੂੰ ਨੌਲੇਜ ਅਤੇ ਇਸ ਦੇ ਸਿਕਿਉਰ ਐਂਡ ਸੇਫ ਮੈਥਡ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ। ਮੈਲਵੇਅਰ ਇੱਕ ਅਜਿਹਾ ਸੌਫਟਵੇਅਰ ਹੈ ਜਿਸ ਨੂੰ ਖਾਸ ਤੌਰ 'ਤੇ ਇਸ ਗੱਲ ਲਈ ਡਿਜ਼ਾਈਨ ਕੀਤਾ ਹੋਇਆ ਹੈ ਤਾਂ ਜੋ ਤੁਸੀਂ ਕਿਸੇ ਕੰਪਿਊਟਰ, ਸਰਵਰ, ਕਲਾਇੰਟ ਜਾਂ ਕੰਪਿਊਟਰ ਨੈਟਵਰਕ ਨੂੰ ਇੰਟੈਂਸ਼ਨਲੀ ਨੁਕਸਾਨ ਪਹੁੰਚਾ ਸਕੋ। ਇਸ ਤਰ੍ਹਾਂ ਦੇ ਸੌਫਟਵੇਅਰ ਹਨ, ਇਹਨਾਂ ਤੋਂ ਬਚਣ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਤੋਂ ਬਚਣ ਦੇ ਲਈ, ਮੈਲਵੇਅਰ ਵਰਗੇ ਸੌਫਟਵੇਅਰ ਤੋਂ ਬਚਣ ਦੇ ਲਈ ਤੁਹਾਨੂੰ ਕਈ ਤਰ੍ਹਾਂ ਦੇ ਐਂਟੀਵਾਇਰਸ ਪ੍ਰੋਗਰਾਮ ਆਪਣੇ ਸਿਸਟਮ ਦੇ ਵਿੱਚ ਇੰਸਟਾਲ ਜ਼ਰੂਰ ਹੀ ਕਰ ਲੈਣੇ ਚਾਹੀਦੇ ਹਨ। ਵਾਇਰਸ ਇੱਕ ਅਜਿਹਾ ਕੰਪਿਊਟਰ ਪ੍ਰੋਗਰਾਮ ਹੈ ਜਦੋਂ ਇਹ ਐਗਜ਼ੀਕਿਊਟ ਹੁੰਦਾ ਹੈ ਤਾਂ ਇਹ ਆਪਣੇ ਵਰਗੇ ਹੋਰ ਐਪਲੀਕੇਟ ਤਿਆਰ ਕਰ ਲੈਂਦਾ ਹੈ ਅਤੇ ਇਹ ਵੱਧਦਾ ਹੀ ਜਾਂਦਾ ਹੈ, ਜਿਸ ਨਾਲ ਕਿ ਤੁਹਾਡਾ ਕੰਪਿਊਟਰ ਸਿਸਟਮ, ਫਾਈਲਸ ਜਾਂ ਤੁਹਾਡੇ ਸਿਸਟਮ ਦੇ ਵਿੱਚ ਜੋ ਵੀ ਮਟੀਰੀਅਲ ਅੰਦਰ ਪਿਆ ਹੈ, ਫੋਲਡਰਸ ਅਤੇ ਹੋਰ ਜੋ ਵੀ ਤੁਹਾਡਾ ਜ਼ਰੂਰੀ ਫਾਈਲਸ ਪ੍ਰੋਗਰਾਮ ਹੁੰਦੇ ਹਨ, ਇਹ ਉਸ ਨੂੰ ਪੂਰੀ ਤਰ੍ਹਾਂ ਇਨਫੈਕਟਡ ਅਤੇ ਡੈਮੇਜ ਕਰਕੇ ਖਰਾਬ ਕਰ ਦਿੰਦਾ ਹੈ। ਐਂਟੀਵਾਇਰਸ ਇਹ ਇੱਕ ਅਜਿਹਾ ਸੌਫਟਵੇਅਰ ਹੁੰਦਾ ਹੈ ਜੋ ਕੰਪਿਊਟਰ ਵਾਇਰਸ ਨੂੰ ਸਕੈਨ ਅਤੇ ਡਿਟੈਕਟ ਕਰਕੇ ਵਧਣੋਂ ਰੋਕਦਾ ਹੈ ਅਤੇ ਸਿਸਟਮ ਵਿੱਚੋਂ ਡਿਲੀਟ ਕਰਨ ਵਿੱਚ ਮਦਦ ਕਰਦਾ ਹੈ। ਜਦੋਂ ਅਸੀਂ ਇੱਕ ਵਾਰ ਇਸ ਐਂਟੀਵਾਇਰਸ ਪ੍ਰੋਗਰਾਮ ਨੂੰ ਆਪਣੇ ਸਿਸਟਮ ਵਿੱਚ ਇੰਸਟਾਲ ਕਰ ਲੈਂਦੇ ਹਾਂ ਤਾਂ ਇਸ ਤੋਂ ਮਗਰੋਂ ਜਿਹੜਾ ਐਂਟੀਵਾਇਰਸ ਸੌਫਟਵੇਅਰ ਪ੍ਰੋਗਰਾਮ ਹੁੰਦਾ ਹੈ ਇਹ ਬੈਕਗਰਾਊਂਡ 'ਤੇ ਆਟੋਮੈਟਿਕਲੀ ਚੱਲਦੇ ਰਹਿੰਦੇ ਹਨ ਅਤੇ ਇਹ ਵਾਇਰਸ ਅਟੈਕ ਹੋਣ ਤੋਂ ਦੇ ਖਿਲਾਫ ਰੀਅਲ ਟਾਈਮ ਪ੍ਰੋਟੈਕਸ਼ਨ ਸਾਨੂੰ ਪ੍ਰਦਾਨ ਕਰਦੇ ਹਨ। ਸੋ ਪਿਆਰੇ ਬੱਚਿਓ, ਕ੍ਰਿਮੀਨਲ ਜਿਹੜੀ ਦੁਨੀਆ ਹੈ, ਸਾਈਬਰ ਕ੍ਰਾਈਮ ਦੀ ਜੋ ਦੁਨੀਆ ਹੈ, ਔਨਲਾਈਨ ਫਰਾਡ ਜੋ ਅੱਜ ਕੱਲ੍ਹ ਵੱਧ ਰਹੇ ਹਨ, ਸਾਨੂੰ ਉਸ ਤੋਂ ਬਚਣ ਦੇ ਲਈ ਜਿਹੜੇ ਸੇਫ ਐਂਡ ਸਿਕਿਉਰ ਗੇਟਵੇਜ਼ ਹਨ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਾਨੂੰ ਸਾਈਬਰ ਕ੍ਰਾਈਮ ਦੇ ਖਿਲਾਫ ਕਿੱਥੇ ਆਪਣੀ ਸ਼ਿਕਾਇਤ ਕਰਨੀ ਹੈ, ਕਿੱਥੋਂ ਅਸੀਂ ਇਸ ਤੋਂ ਬਚਣਾ ਹੈ, ਇਸ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਤਾਂ ਜੋ ਇਸ ਔਨਲਾਈਨ ਫਰਾਡ ਦੀ ਦੁਨੀਆ ਤੋਂ ਅਸੀਂ ਆਪਣੇ ਆਪ ਨੂੰ ਸੇਵ ਕਰ ਸਕੀਏ। ਥੈਂਕ ਯੂ।